ਅੱਜ ਦੀ ਜੋ ਪਾਵਨ ਵਿਚਾਰ ਹੈ 356 ਅੰਕ ਤੋਂ ਆਰੰਭ ਹੈ ਜੀ। ਫਤਿਹ ਪ੍ਰਵਾਨ ਕਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹਿਲਾ ਪਹਿਲਾ ਪੰਚਪਦੇ। ਮੋਹ ਕੁਟੰਬ ਮੋਹ ਸਭ ਕਾਰ, ਮੋਹ ਤੁਮ ਤਜੋ ਸਗਲ ਵੇਕਾਰ। ਮੋਹ ਅਰ ਭਰਮ ਤਜੋ ਤੁਮ ਬੀਰ, ਸਾਚ ਨਾਮ ਹਿਰਦੈ ਰਵੈ ਸਰੀਰ। ਰਹਾਉ। ਹੁਣ ਸਤਿਗੁਰੂ ਪਾਤਸ਼ਾਹ ਜੀ ਪੰਚਪਦਿਆਂ ਦੇ ਰੂਪ ਦੇ ਵਿੱਚ ਇੱਥੇ ਪਾਵਨ ਬਾਣੀ ਦੀ ਬਖਸ਼ਿਸ਼ ਕਰ ਰਹੇ ਨੇ। ਮੋਹ ਕੁਟੰਬ ਮੋਹ ਸਭ ਕਾਰ ਆਖਣ ਲੱਗੇ। ਹੁਣ ਸ਼ਬਦ ਜਿਹੜਾ ਵਰਤਿਆ ਸਤਿਗੁਰੂ ਜੀ ਨੇ ਰਹਾਉ ਦੇ ਬੰਦ ਵਿੱਚ, ਮੋਹ ਅਰ ਭਰਮ ਤਜੋ ਤੁਮ ਬੀਰ। ਸਰਦਾਰ ਕਮਲਜੀਤ ਸਿੰਘ ਜੀ, ਇੱਥੇ ਬੀਰ ਦਾ ਕੀ ਅਰਥ ਹੈ? ਮੋਹ ਅਰ ਭਰਮ ਤਜੋ ਤੁਮ ਬੀਰ। ਸਰਦਾਰ ਮਨਮੋਹਨ ਸਿੰਘ ਜੀ, ਹਾਂਜੀ, ਤੁਹਾਡੇ ਤਾਂ ਇਲਾਕੇ 'ਚ ਬੋਲਿਆ ਜਾਂਦਾ ਹੈ ਨਾ ਸ਼ਬਦ ਜ਼ਿਆਦਾਤਰ ਹੈ। ਵੀਰ ਭਾਈ ਭਰਾ ਵੀਰ। ਇਹ ਪੰਜਾਬ ਦੇ ਇਲਾਕੇ ਦੇ ਵਿੱਚ ਖਾਸ ਤੌਰ 'ਤੇ ਇੱਕ ਥਾਂ 'ਤੇ ਬੋਲਿਆ ਜਾਂਦਾ ਹੈ। ਉੱਥੇ ਦੇ ਵੀਰ ਨੂੰ ਬਹੁਤੇ ਵੀਰ ਹੀ ਕਿਹਾ ਜਾਂਦਾ ਹੈ ਨਾ ਜ਼ਿਆਦਾਤਰ। ਹਾਂਜੀ, ਵੀਰ ਵੀ ਬੋਲਦੇ ਆ ਬਹੁਤੇ ਥਾਵਾਂ 'ਤੇ ਵੀਰ ਹੈ, ਪਰ ਕੁਝ ਕੁ ਥਾਵਾਂ 'ਤੇ ਉਹ ਵਾਵੇ ਨੂੰ ਬੱਬੀ ਤਰ੍ਹਾਂ ਹੀ ਉਚਾਰਨ ਕੀਤਾ ਜਾਂਦਾ ਹੈ। ਵੀਰ ਭਾਵ ਵੀਰ ਭਰਾ ਭਾਈ। ਇਸੇ ਤਰ੍ਹਾਂ ਹੁਣ ਇੱਥੇ ਆਖਦੇ ਕਿ ਇਹ ਭਾਈ ਮੋਹ ਮਨੁੱਖ ਦੇ ਮਨ ਵਿੱਚ ਪਰਿਵਾਰ ਦੀ ਮਮਤਾ ਪੈਦਾ ਕਰਦਾ ਹੈ। ਮੋਹ ਜਗਤ ਦੀ ਸਾਰੀ ਕਾਰ ਚਲਾ ਰਿਹਾ ਹੈ। ਇਹ ਮੋਹ ਹੀ ਹੈ ਜਿਹਦੇ ਵਿੱਚ ਸਾਰਾ ਪਰਿਵਾਰ ਵੀ ਆ ਜਾਂਦਾ, ਸਾਰੀ ਜਗਤ ਦੀ ਕਾਰ ਵੀ ਚੱਲ ਰਹੀ ਹੈ। ਮੋਹ ਤੁਮ ਤਜੋ ਸਗਲ ਵਿਕਾਰ, ਪਰ ਮੋਹ ਹੀ ਵਿਕਾਰ ਪੈਦਾ ਕਰਦਾ ਹੈ। ਇਸ ਵਾਸਤੇ ਇਸ ਮੋਹ ਨੂੰ ਛੱਡ, ਇਹਨੂੰ ਪਹਿਲਾਂ ਤਿਆਗ। ਮੋਹ ਅਰ ਭਰਮ ਤਜੋ ਤੁਮ ਵੀਰ। ਹੇ ਭਾਈ ਹੇ ਵੀਰ, ਦੁਨੀਆ ਦਾ ਮੋਹ ਛੱਡ ਤੇ ਮਨ ਦੀ ਭਟਕਣਾ ਦੂਰ ਕਰ। ਸਾਚ ਨਾਮ ਹਿਰਦੇ ਰਵੈ ਸਰੀਰ। ਮੋਹ ਤਿਆਗਿਆਂ ਹੀ ਮਨੁੱਖ ਪਰਮਾਤਮਾ ਦਾ ਅਟੱਲ ਸੱਚਾ ਨਾਮ ਹਿਰਦੇ ਵਿੱਚ ਰਵ ਸਕਦਾ ਹੈ, ਸਿਮਰ ਸਕਦਾ ਹੈ, ਧਿਆ ਸਕਦਾ ਹੈ, ਯਾਦ ਚੇਤੇ ਰੱਖ ਸਕਦਾ ਹੈ। ਰਹਾਉ। ਸਚ ਨਾਮ ਜਾ ਨਵ ਨਿਧ ਪਾਈ, ਰੋਵੈ ਪੂਤ ਨ ਕਲਪੈ ਮਾਈ। ਏ ਮੋਹ ਡੂਬਾ ਸੰਸਾਰ, ਏਤ ਮੋਹ ਡੂਬਾ ਸੰਸਾਰ। ਗੁਰਮੁਖ ਕੋਈ ਉਤਰੈ ਪਾਰ। ਹੁਣ ਸਤਿਗੁਰੂ ਪਾਤਸ਼ਾਹ ਜੀ ਆਖ ਰਹੇ ਨੇ, ਸਾਚ ਨਾਮ ਜਾਂ ਨਵ ਨਿਧ ਪਾਈ। ਜਾਂ ਭਾਵ ਜਦੋਂ ਮਨੁੱਖ ਪਰਮਾਤਮਾ ਦਾ ਸਦਾ ਥਿਰ ਨਾਮ ਰੂਪ ਨੌ ਨਿਧ ਪ੍ਰਾਪਤ ਕਰ ਲੈਂਦਾ ਹੈ, ਕਿ ਮਾਲਕ ਦਾ ਜਿਹਨੂੰ ਨਾਮ ਪ੍ਰਾਪਤ ਹੋ ਗਿਆ ਉਹਨੇ ਸੰਸਾਰ ਦੀਆਂ ਨੌ ਨਿਧਾਂ ਹੀ ਪ੍ਰਾਪਤ ਕਰ ਲਈਆਂ, ਸਾਰਾ ਕੁਝ ਹੀ ਪ੍ਰਾਪਤ ਕਰ ਲਿਆ। ਰੋਵੈ ਪੂਤ ਨ ਕਲਪੈ ਮਾਈ ਆਖਣ ਲੱਗੇ ਤਾਂ ਉਸ ਦਾ ਮਨ ਮਾਇਆ ਦਾ ਪੁੱਤਰ ਨਹੀਂ ਬਣਿਆ ਰਹਿੰਦਾ। ਤੇ ਫਿਰ ਇਹ ਜਿਹੜਾ ਮਨ ਹੈ ਮਾਇਆ ਦੀ ਖਾਤਰ ਰੋਂਦਾ ਕਲਪਦਾ ਵੀ ਨਹੀਂ ਹੈ। ਨਾ ਰੋਂਦਾ ਨਾ ਉਹਦਾ ਪੁੱਤ ਬਣਿਆ ਰਹਿੰਦਾ ਮਾਇਆ ਦਾ, ਤੇ ਨਾ ਹੀ ਫਿਰ ਇਹ ਮਾਇਆ ਦਾ ਪੁੱਤ ਬਣ ਕੇ ਕਲਪਦਾ ਹੈ। ਏਤ ਮੋਹ ਡੂਬਾ ਸੰਸਾਰ। ਇਸ ਮੋਹ ਵਿੱਚ ਸਾਰਾ ਹੀ ਜਗਤ ਜਿਹੜਾ ਉਹ ਡੁੱਬਾ ਹੋਇਆ ਹੈ। ਗੁਰਮੁਖ ਕੋਈ ਉਤਰੈ ਪਾਰ,
ਕੋਈ ਵਿਰਲਾ ਮਨੁੱਖ ਜੋ ਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ, ਮੋਹ ਦੇ ਸਮੁੰਦਰ ਵਿੱਚੋਂ ਪਾਰ ਲੰਘਦਾ ਹੈ। ਏਤ ਮੋਹ ਫਿਰ ਜੂਨੀ ਪਾਹੇ, ਮੋਹੇ ਲਾਗਾ ਜਮਪੁਰ ਜਾਹੇ। ਗੁਰ ਦੀਖਿਆ ਲੈ ਜਪ ਤਪ ਕਮਾਹੇ, ਨਾ ਮੋਹ ਟੂਟੈ ਨਾ ਥਾਏ ਪਾਹੇ। ਨਦਰ ਕਰੇ ਤਾਂ ਇਹ ਮੋਹ ਜਾਏ, ਨਾਨਕ ਹਰਿ ਸਿਉ ਰਹਿ ਸਮਾਏ। ਏਤ ਮੋਹ ਫਿਰ ਜੂਨੀ ਪਾਹੇ। ਕੀ ਹੈ ਭਾਈ, ਹੈ ਵੀਰ, ਇਸ ਮੋਹ ਵਿੱਚ ਫਸਿਆ ਹੋਇਆ ਤੂੰ ਮੁੜ ਮੁੜ ਜੂਨਾਂ ਵਿੱਚ ਪਏਗਾ। ਮੋਹੇ ਲਾਗਾ ਜਮਪੁਰ ਜਾਹੇ। ਮੋਹੇ ਤੋਂ ਭਾਵ ਵੀ ਕੀ ਹੈ, ਮੋਹ ਵਿੱਚ, ਕਿ ਮੋਹ ਵਿੱਚ ਲੱਗਿਆ ਹੋਇਆ, ਜਕੜਿਆ ਹੋਇਆ, ਫਸਿਆ ਹੋਇਆ ਤੂੰ ਜਮਰਾਜ ਦੇ ਦੇਸ਼ ਵਿੱਚ ਜਾਏਗਾ, ਜਮਪੁਰੀ ਦੇ ਵਿੱਚ ਜਾਣਾ ਪਏਗਾ। ਭਾਵ ਤੈਨੂੰ ਵਿਕਾਰਾਂ ਦੇ ਅਧੀਨ ਹੋਣਾ ਪੈਣਾ। ਆਤਮਿਕ ਮੌਤ, ਆਤਮਿਕ ਜੂਨਾਂ ਨੇ ਜਿਹੜੀਆਂ ਉਹ ਤੈਨੂੰ ਭੁਗਤਣੀਆਂ ਪੈਣਗੀਆਂ। ਗੁਰ ਦੀਖਿਆ ਲੈ ਜਪ ਤਪ ਕਮਾਹੇ। ਜਿਹੜੇ ਮਨੁੱਖ ਗੁਰੂ ਦੀ ਸਿੱਖਿਆ ਲੈ ਕੇ ਜਪ ਤਪ ਕਮਾਉਂਦੇ ਨੇ, ਭਾਵ ਰਿਵਾਜੀ ਜਿਹੜਾ ਗੁਰੂ ਹੈ, ਨਾ ਮੋਹ ਟੂਟੈ ਨਾ ਥਾਏ ਪਾਹੇ। ਉਹਨਾਂ ਦਾ ਮੋਹ ਟੁੱਟਦਾ ਨਹੀਂ। ਇਹਨਾਂ ਜਪਾਂ ਤਪਾਂ ਨਾਲ ਉਹ ਮਾਲਕ ਦੀ ਹਜ਼ੂਰੀ ਵਿੱਚ ਕਬੂਲ ਨਹੀਂ ਹੁੰਦੇ। ਆਮ ਹੀ ਕੱਚੇ ਗੁਰੂ ਨੂੰ ਧਾਰਨ ਕਰ ਲੈਣਾ, ਤੇ ਜਿਵੇਂ ਕੱਚਾ ਗੁਰੂ ਆਖਦਾ ਉਵੇਂ ਹੀ ਉਹਦੇ ਕੋਲੋਂ ਜਪ ਤੇ ਤਪ ਦੀ ਸਿੱਖਿਆ ਲੈਣੀ, ਜਪ ਤਪ ਹੀ ਕਰਨਾ। ਪਰ ਗੁਰਬਾਣੀ ਜਾਂ ਗੁਰੂ ਸਾਹਿਬਾਨ, ਭਗਤ ਸਾਹਿਬਾਨ ਦੀ ਗੱਲ ਕਰੀਏ, ਉਹ ਤੇ ਇਸ ਦੁਨਿਆਵੀ ਜਪ ਤਪ ਦੀ ਗੱਲ ਕਰਦੇ ਹੀ ਨਹੀਂ। ਉਹ ਤੇ ਰੱਬ ਦੇ ਨਾਮ ਨੂੰ ਹੀ ਜਪ ਤਪ ਸਮਝਦੇ ਕਿ ਉਹ ਸਾਡੇ ਚਿੱਤ ਵਿੱਚ ਰਹੇ। ਇਸ ਕਰਕੇ ਕੀ ਹੈ ਕਿ ਜਿਹੜਾ ਕੱਚੇ ਗੁਰੂ ਤੋਂ ਸਿੱਖਿਆ ਲੈ ਕੇ, ਦੀਖਿਆ ਲੈ ਕੇ, ਉਪਦੇਸ਼ ਲੈ ਕੇ, ਕਿਉਂਕਿ ਸੰਸਾਰ ਵਿੱਚ ਕੱਚੇ ਗੁਰੂਆਂ ਦੀ ਭਰਮਾਰ ਵੀ ਬਹੁਤ ਹੈ। ਜੇ ਕੋਈ ਸੰਤ ਸੱਚਾ ਸੀ ਤੇ ਉਹਦੇ ਥਾਂ ਤੇ ਹੁਣ ਕੱਚਿਆਂ ਸੰਤਾਂ ਦੀ ਬਹੁਤ ਭਰਮਾਰ ਹੈ। ਕਹਿਣ ਦਾ ਭਾਵ ਹਰ ਪਾਸੇ ਕਾਪੀ ਚੱਲ ਰਹੀ ਅੱਜ ਕੱਲ੍ਹ, ਕਿ ਓਰੀਜਨਲਟੀ ਨਹੀਂ ਹੈ, ਸਿਰਫ ਕਾਪੀ ਆ ਰਹੀ ਹੈ ਹਰ ਪਾਸੇ। ਉਹ ਭਾਵੇਂ ਕੋਈ ਮਨੁੱਖਾਂ ਦੀ ਗੱਲ ਕਰ ਲਈਏ, ਤੇ ਭਾਵੇਂ ਉਹ ਖਾਣ ਪੀਣ ਵਾਲੀਆਂ, ਪਹਿਨਣ ਵਾਲੀਆਂ ਵਸਤਾਂ ਦੀ ਗੱਲ ਕਰ ਲਈਏ। ਇਸੇ ਤਰ੍ਹਾਂ ਸੱਚਾ ਕੀ ਹੈ, ਇੱਕੋ ਇੱਕ ਗੁਰੂ, ਪੂਰਨ ਗੁਰੂ ਹੈ, ਜਿਹੜਾ ਸੰਪੂਰਨ ਗੁਰੂ ਹੈ, ਜਿਹੜਾ ਸਰਬ ਕਲਾ ਸਮਰੱਥ ਮਾਲਕ ਦਾ ਹੀ ਰੂਪ ਹੈ। ਉਹ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਕੌਨਫੀਡੈਂਸ ਨਾਲ, ਬੜੇ ਮਾਣ ਨਾਲ ਆਖ ਸਕਦੇ ਹਾਂ ਕਿ ਸਾਡਾ ਗੁਰੂ ਪੂਰਨ ਰੂਪ ਹੈ, ਸੱਚਾ ਹੈ। ਉਹ ਸਾਨੂੰ ਕਦੇ ਗਲਤ ਸਿੱਖਿਆ ਨਹੀਂ ਦਿੰਦਾ। ਇਸ ਕਰਕੇ ਇੱਥੇ ਕੀ ਹੈ, ਜਪ ਤਪ ਕਮਾਉਣ ਦੀ ਗੱਲ ਹੈ, ਕਿ ਜਿਹੜੇ ਦੁਨਿਆਵੀ ਗੁਰੂ, ਉਹਨਾਂ ਤੋਂ ਜਪ ਤਪ ਦੀ ਸਿੱਖਿਆ ਲੈ ਕੇ ਜਪ ਤਪ ਕਮਾਉਂਦੇ ਆ ਜਿਹੜੇ, ਉਹਨਾਂ ਦਾ ਨਾਮ ਮੋਹ ਟੁੱਟਦਾ ਹੈ। ਉਹਨਾਂ ਦਾ ਨਾਮ ਮੋਹ ਟੁੱਟਦਾ ਹੈ, ਅਤੇ ਨਾ ਹੀ ਉਹ ਮਾਲਕ ਦੀ ਹਜ਼ੂਰੀ ਵਿੱਚ ਫਿਰ ਪ੍ਰਵਾਨ ਹੁੰਦੇ ਹੈ, ਕਬੂਲ ਹੁੰਦੇ ਹੈ। ਨਦਰ ਕਰੇ ਤਾਂ ਇਹ ਮੋਹ ਜਾਏ। ਆਖਣ ਲੱਗੇ, ਜਿਸ ਮਨੁੱਖ ਉੱਤੇ ਇਹ ਮਾਲਕ ਜੀਓ ਤੁਸੀਂ ਨਦਰ ਕਰਦੇ ਹੋ, ਤੇਰੀ ਮਿਹਰ ਦੀ ਨਜ਼ਰ ਹੁੰਦੀ ਹੈ, ਉਸ ਦਾ ਇਹ ਮੋਹ ਹੈ ਉਹ ਦੂਰ ਹੋ ਜਾਂਦਾ, ਦੂਰ ਹੁੰਦਾ ਹੈ। ਨਾਨਕ ਹਰਿ ਸਿਉ ਰਹਿ ਸਮਾਏ। ਹੈ ਨਾਨਕ, ਉਹ ਸਦਾ ਪ੍ਰਮਾਤਮਾ ਦੀ ਯਾਦ ਵਿੱਚ ਸਮਾਇਆ ਰਹਿੰਦਾ ਹੈ। ਆਸਾ ਮਹਿਲਾ ਪਹਿਲਾ, ਆਪ ਕਰੇ ਸੱਚ ਅਲਖ ਅਪਾਰ। ਹਉ ਪਾਪੀ ਤੂੰ ਬਖਸ਼ਣਹਾਰ, ਤੇਰਾ ਭਾਣਾ ਸਭ ਕਿਛ ਹੋਵੈ। ਮਨ ਹਠ ਕੀਚੈ ਅੰਤ ਵਿਗੋਵੈ ਰਹਾਊ। ਦੁਨੀਆ ਦੇ ਉੱਤੇ ਗੁਰੂ ਬਹੁਤ ਨੇ, ਬਣੇ ਬੈਠੇ ਐ,
ਅੱਜ ਵੀ ਕਈ ਅਜਿਹੇ ਨੇ ਜਿਹੜੇ ਦੇਹੀ ਰੂਪ ਵਿੱਚ ਸਾਡੇ ਗੁਰੂ ਸਾਹਿਬਾਨ ਹੋਏ ਹੈ। ਕਈ ਉਹਨਾਂ ਦੀਆਂ ਪੀੜ੍ਹੀਆਂ ਦੇ ਵਿੱਚ ਅਜੇ ਵੀ ਕਿਤੇ ਨਾ ਕਿਤੇ ਉਹ ਕਹਿਣ ਦਾ ਭਾਵ ਉਸ ਰੀਤ ਨੂੰ ਕਾਇਮ ਰੱਖਿਆ ਹੋਇਆ ਕਿ ਸਾਡੇ ਕੋਲ ਹੀ ਹੈ ਸਭ ਕੁਝ। ਖੈਰ, ਅੱਜ ਦਾ ਵਿਸ਼ੇਸ਼ ਦਿਹਾੜਾ ਵੀ ਇਹੋ ਹੀ ਹੈ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਜਿਹੜੀ ਹੈ ਉਹ ਤੋਂ ਬਾਅਦ ਕਿਸੇ ਮਨੁੱਖ ਨੂੰ ਨਹੀਂ ਦਿੱਤੀ ਕਿ ਬਦਲਦੀ ਰਹੇਗੀ ਕਿ ਨਹੀਂ ਰਹੇਗੀ ਜਾਂ ਕਿਤੇ ਕਿਸੇ ਵੀ ਤਰ੍ਹਾਂ ਦੀ। ਖੈਰ, ਨਾ ਹੀ ਕਿੰਨੀ ਕੁ ਲੰਬੇਰੀ ਉਹਨਾਂ ਦੀ ਸੋਚ ਹੋਵੇਗੀ, ਕਿਸ ਤਰ੍ਹਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ, ਪਰਿਵਾਰ ਨੂੰ ਤਿਆਰ ਕੀਤਾ। 4 ਬੱਚੇ ਹੈ, 4 ਜਿਹੜੇ ਹੈ ਉਹ ਬਿੰਦੀ ਪੁੱਤਰ ਹੈ, ਉਹ ਵੀ ਸੰਸਾਰ ਤੇ ਨਹੀਂ ਰਹੇ ਕਿ ਮਤਾਂ ਕੋਈ ਬਾਅਦ ਵਿੱਚ ਇਹਨਾਂ ਦੀਆਂ ਪੀੜ੍ਹੀਆਂ ਦੇ ਵਿੱਚ ਗਾਂਹ ਜਾ ਕੇ ਕਿਤੇ ਵੀ ਬਦਲ ਨਾ ਜਾਏ, ਕਿਤੇ ਗਿਰਾਵਟ ਨਾ ਆ ਜਾਏ, ਕਿਉਂਕਿ ਆ ਸਕਦੀ ਹੈ। ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜੀ ਦਾ ਪੁੱਤਰ ਵੀ ਤੇ ਬਾਬਾ ਰਾਮ ਰਾਏ ਹੈ ਨਾ। ਉਹੋ ਜਿਹੇ ਸਮਾਜ ਵਿੱਚ ਰਹਿ ਕੇ ਸੰਗਤ ਦਾ ਪ੍ਰਭਾਵ ਪੈ ਹੀ ਗਿਆ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪੁੱਤਰ ਹੈ ਬਾਬਾ ਬਿਰਥੀ ਚੰਦ ਜੀ, ਉਹੋ ਜਿਹੀ ਸੰਗਤ 'ਚ ਰਹਿੰਦੇ ਸੀ, ਪਰ ਖਿਆਲ ਉਹੋ ਜਿਹੇ ਕਰਕੇ ਉਹਨਾਂ ਤੇ ਵੀ ਪ੍ਰਭਾਵ ਪੈ ਗਿਆ ਨਾ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਪਤਾ ਨਹੀਂ ਕਿੰਨਾ ਕੁ ਲੰਮਾ ਸੋਚਿਆ ਹੋਣਾ, ਕਿਸ ਤਰੀਕੇ ਦੇ ਨਾਲ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਤਿਆਰੀ ਕਰਾਈ ਹੋਣੀ ਹੈ, ਕਿਉਂਕਿ ਆਉਣ ਵਾਲੇ ਸਮੇਂ ਦਾ ਉਹਨਾਂ ਨੂੰ ਵੀ ਪਤਾ ਸੀ ਕਿ ਜੋ 1699 ਵਿੱਚ ਹੋ ਚੁੱਕਿਆ ਉਹ ਸਮਾਜ ਛੇਤੀ ਪ੍ਰਵਾਨ ਨਹੀਂ ਕਰੇਗਾ, ਖਾਸ ਕਰਕੇ ਜਿਨ੍ਹਾਂ ਕੋਲ ਪਾਵਰ ਹੈ। ਇਸ ਕਰਕੇ 2 ਚਮਕੌਰ 'ਚ ਤੇ 2 ਸਰਹੰਦ ਵਿੱਚ ਮਣਾ ਤੇ ਬੱਚੇ ਵੀ ਕਰ ਸਕਦੇ ਸੀ ਨਾ, ਪਰ ਉਹਨਾਂ ਦੀ ਤਿਆਰੀ ਇੰਨੀ ਕਰਾਈ ਸੀ ਦਾਦੀ ਮਾਂ ਨੇ। ਗੁਰੂ ਅਰਜਨ ਸਾਹਿਬ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀਆਂ ਸ਼ਹਾਦਤਾਂ ਸੁਣਾ ਸੁਣਾ ਕੇ, ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਤੇ ਪ੍ਰਚਾਰ ਫੇਰੀਆਂ ਸੁਣਾ ਸੁਣਾ ਕੇ ਕਿਵੇਂ ਡੋਲ ਸਕਦੇ ਸੀ। ਸਾਨੂੰ ਲੱਗਦਾ ਹੋਵੇ ਭਾਵੇਂ ਅੱਜ ਕੀ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਕਿ ਇਹ ਸਿੱਖੀ ਤਾਂ ਖੰਡੇ ਦੀ ਵਰਗੀ ਤਿੱਖੀ ਹੈ ਤੇ ਵਾਲ ਨਾਲੋਂ ਨਿੱਕੀ ਨਹੀਂ ਚੱਲਿਆ ਜਾ ਸਕਦਾ, ਪਰ ਜਿਨ੍ਹਾਂ ਦੇ ਵੱਲ ਗੁਰੂ ਹੋ ਜਾਏ ਉਹਨਾਂ ਵਾਸਤੇ ਸਾਰੇ ਫੁੱਲ ਬਣ ਜਾਂਦੇ ਹੈ, ਉਹਨਾਂ ਵਾਸਤੇ ਸਾਰਾ। ਇਸੇ ਤਹਿਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਉਹਨਾਂ ਦੇ ਗਾਂ ਬੱਚੇ ਲਾਲ ਹੋਏ ਹੈ, ਉਹ ਸਾਰੇ ਇਸ ਦੁਨੀਆ ਤੋਂ ਰੁਖਸਤ ਹੋ ਗਏ। ਭਾਵ ਕਿ ਉਹ ਸਾਡੇ ਲਈ ਆਮ ਜੀ ਕੋਈ ਮੌਤ ਨਹੀਂ ਮਰ ਕੇ ਗਏ, ਬਹੁਤ ਵੱਡੀ ਸ਼ਹਾਦਤ ਦੀ, ਕਿ ਜੇ ਜਦੋਂ ਖੜਨ ਦੀ ਜ਼ਰੂਰਤ ਆ ਜਾਏ ਨਾ, ਫਿਰ ਪਤਾ ਹੈ ਭਾਵੇਂ ਸਾਹਮਣੇ ਹਾਰ ਹੈ, ਪਤਾ ਹੈ ਸਾਹਮਣੇ ਉਹ ਜਿੱਤਿਆ ਨਹੀਂ ਜਾਣਾ, ਪਰ ਫਿਰ ਵੀ ਕੀ ਹੈ, ਪਿੱਛੇ ਨਹੀਂ ਹਟਣਾ। ਇਹੋ ਚੀਜ਼ ਹੀ ਛੋਟੇ ਸਾਹਿਬਜ਼ਾਦਿਆਂ ਦੇ ਵਿੱਚ ਪਤਾ ਹੈ ਕਿ ਇਹਨਾਂ ਨੇ ਸਾਨੂੰ ਛੱਡਣਾ ਨਹੀਂ, ਪਰ ਫਿਰ ਵੀ ਪਿੱਛੇ ਨਹੀਂ ਹਟੇ। ਫਿਰ ਵੀ ਸੀ ਨਹੀਂ ਕੀਤੀ ਕਿ ਹਾਂ ਇਹਨਾਂ ਨੇ ਠੰਡ ਦੇ ਵਿੱਚ ਰੱਖਿਆ ਹੈ, ਇਹਨਾਂ ਨੇ ਭੁੱਖੇ ਰੱਖਿਆ ਹੈ, ਇਹਨਾਂ ਨੇ ਜਿਹੜਾ ਹੈ ਉਹ ਤਸੀਹੇ ਵੀ ਦਿੱਤੇ ਹੈ, ਹੁਣ ਨੀਹਾਂ ਦੇ ਵਿੱਚ ਰੋਕ ਕੇ ਜਿਹੜਾ ਹੈ ਇਹਨਾਂ ਨੇ ਸਾਡੀਆਂ ਚੱਪਣੀਆਂ ਤੱਕ ਵੀ ਵੱਢ ਦਿੱਤੀਆਂ ਹੈ। ਮਰ ਜਾਣਾ, ਪਤਾ ਇਹ ਸਰੀਰ ਖਤਮ ਹੋ ਜਾਣਾ, ਸਰੀਰ ਨੇ ਮੁੱਕ ਜਾਣਾ, ਹੁਣ ਇਹਦੇ ਵਿੱਚ ਸਵਾਸ ਨਹੀਂ ਰਹਿਣੇ, ਪਰ ਫਿਰ ਵੀ ਕੀ ਹੈ, ਇੱਕ ਸਿਧਾਂਤ ਬਾਣੀ ਤੇ ਇਤਿਹਾਸ ਪਿੱਛੇ ਖਲੋਤਾ ਹੋਇਆ ਹੈ ਜਿਹਨੇ ਜੀਵਨ ਬਖਸ਼ਿਆ ਹੈ। ਇਸ ਕਰਕੇ ਉਹਦੇ ਤੇ ਅਡੋਲ ਨੇ। ਉਹਨਾਂ ਵਾਸਤੇ ਕੋਈ ਔਖਾ ਨਹੀਂ ਹੈ, ਕੋਈ ਔਖਾ ਨਹੀਂ, ਬਹੁਤ ਸੌਖਾ, ਸੋਹਣਾ ਤੇ ਚੰਗਾ ਲੱਗ ਰਿਹਾ। ਇਹ ਉਹਨਾਂ ਨੂੰ ਹੀ ਲੱਗਦਾ ਜਿਹੜੇ ਆਪਣੇ ਇਤਿਹਾਸ ਨਾਲ ਤੇ ਬਾਣੀ ਨਾਲ ਜੁੜ ਕੇ ਰਹਿੰਦੇ ਆ। ਇਸੇ ਕਰਕੇ ਗੁਰੂ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਬਾਅਦ 'ਚ ਦੇਖਿਆ ਕਿ ਹੁਣ ਸਮਾਜ ਦੇ ਵਿੱਚ, ਹੁਣ ਸੰਸਾਰ ਦੇ ਵਿੱਚ ਖਾਲਸਾ ਪੂਰਨ ਸਿੱਖ ਜਿਹੜਾ ਬਣ ਗਿਆ ਹੈ, ਉਹਨੂੰ ਹੁਣ ਹੋਰ ਦੇਹੀ ਦੀ ਜ਼ਰੂਰਤ ਨਹੀਂ। ਇਸ ਕਰਕੇ ਉਹ ਗੁਰੂ ਤੋਂ ਸਿੱਖਿਆ ਲੈ ਕੇ ਤੇ ਇਤਿਹਾਸ ਨਾਲ ਜੁੜ ਕੇ ਆਪ ਸਾਰਾ ਕੁਝ ਕਰ ਸਕਦਾ ਹੈ। ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਉਹ ਹੋਇਆ ਵੀ ਹੈ, ਰਾਜ ਵੀ ਆਇਆ ਸਿੱਖਾਂ ਦਾ। ਉਹ ਇਲਾਕੇ ਜਿੱਤੇ ਜਿਹੜੇ ਅੱਜ ਤੱਕ ਨਾ ਤਾਂ ਕਿਸੇ ਨੇ ਪਹਿਲਾਂ ਜਿੱਤੇ ਸੀ ਤੇ ਨਾ ਅੱਜ ਤੱਕ ਕਿਸੇ ਤੋਂ ਜਿੱਤੇ ਗਏ। 20 ਸਾਲ ਲੱਗ ਗਏ ਅਮਰੀਕਾ ਵਰਗੀਆਂ ਜਿਹੜੀਆਂ ਫੌਜਾਂ ਨੂੰ। ਇਸੇ ਕਰਕੇ ਅੱਜ ਉਹੀ ਵਿਸ਼ੇਸ਼ ਦਿਹਾੜਾ ਵੀ ਹੈ।
ਉਸ ਪੂਰਨ ਗੁਰੂ ਨੂੰ ਗੁਰਤਾ ਗੱਦੀ ਬਖਸ਼ੀ, ਜਿਹੜਾ ਸਦਾ ਦੇ ਲਈ ਅਟੱਲ ਹੈ, ਜਿਹਦੀ ਪੀੜ੍ਹੀ ਅੱਗੇ ਪੀੜ੍ਹੀ ਦੀ ਲੋੜ ਨਹੀਂ, ਜਿਹੜਾ ਉਹਦੇ ਨਾਲ ਜੁੜ ਜਾਂਦਾ ਉਹੀ ਉਹਦੀ ਪੀੜ੍ਹੀ ਬਣ ਜਾਂਦਾ, ਉਹੀ ਉਹਦੀ ਸ਼ਾਖ ਬਣ ਜਾਂਦਾ, ਉਹੀ ਉਹਦਾ ਰੂਪ ਹੋ ਜਾਂਦਾ ਹੈ। ਬਦਲਣ ਦੀ ਲੋੜ ਨਹੀਂ ਕਿ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਦੇਹੀ ਨਾਲ ਜੁੜੇ ਸਨ, ਹੁਣ ਗੁਰੂ ਅੰਗਦ ਸਾਹਿਬ ਨਾਲ। ਇੱਕੋ ਹੀ ਗੁਰੂ ਗ੍ਰੰਥ ਸਾਹਿਬ ਹੈ, ਉਹੋ ਹੀ ਸ਼ਬਦ, ਉਹੋ ਹੀ ਬੋਲ ਨੇ। ਇਸੇ ਕਰਕੇ ਇੱਕ ਥਾਂ ਤੇ ਇੱਕੋ ਬਾਣੀ ਹੁੰਦਿਆਂ ਸਾਰੇ ਸੰਸਾਰ ਵਿੱਚ ਵਿਚਰ ਰਿਹਾ ਹੈ। ਐਸੇ ਗੁਰੂ ਗੋਬਿੰਦ ਸਿੰਘ ਆਪ ਸਭਨਾਂ ਨੂੰ ਅੱਜ ਦੇ ਇਸ ਵਿਸ਼ੇਸ਼ ਦਿਵਸ ਦੀਆਂ ਵੀ ਜਿਹੜੀਆਂ ਨੇ ਉਹ ਮੁਬਾਰਕਾਂ ਹੋਵਣ। ਹੁਣ ਸਤਿਗੁਰੂ ਜੀ ਇਸ ਸ਼ਬਦ ਦੇ ਅੰਦਰ ਰਹਿਮਤ ਕਰਦੇ, ਆਪ ਕਰੇ ਸੱਚ ਅਲਖ ਅਪਾਰ, ਕਿ ਜੋ ਕੁਝ ਵੀ ਜਗਤ ਵਿੱਚ ਹੋ ਰਿਹਾ ਹੈ ਸਦਾ ਕਾਇਮ ਰਹਿਣ ਵਾਲਾ ਮਾਲਕ ਸੱਚਾ ਅਲਖ ਹੈ, ਜਿਹੜਾ ਅਪਾਰ ਬੇਅੰਤ ਹੈ, ਉਹ ਸਭ ਕੁਝ ਸਾਰੇ ਸੰਸਾਰ ਵਿੱਚ ਵਿਆਪਕ ਹੋ ਕੇ ਆਪ ਕਰੇ, ਆਪ ਹੀ ਕਰ ਰਿਹਾ ਹੈ। ਹਉ ਪਾਪੀ ਤੂੰ ਬਖਸ਼ਣਹਾਰ, ਹੇ ਪ੍ਰਭੂ ਇਹ ਅਟਲ ਨਿਯਮ ਭੁਲਾ ਕੇ ਮੈਂ ਗੁਨਾਹਗਾਰ ਹਾਂ, ਪਰ ਫਿਰ ਵੀ ਤੂੰ ਬਖਸ਼ਿਸ਼ ਕਰਨ ਵਾਲਾ ਹੈ। ਹੁਣ ਇਸ ਪੰਕਤੀ ਦੇ ਪ੍ਰਥਾਏ ਸਾਨੂੰ ਇਤਿਹਾਸ ਦਾ ਪਤਾ ਹੈ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਕੋਲ ਇੱਕ ਬੀਬੀ ਸ਼ਰਧਾ ਦੇ ਸਹਿਤ ਆਈ। ਕੀ ਆਖਦੀ ਸੀ ਜੀ? ਉਹ ਸ਼ਰਧਾ ਦੇ ਵਿੱਚ ਕੀ ਆਖਦੀ ਸੀ? ਤੂੰ ਪਾਪੀ ਮੈਂ ਬਖਸ਼ਣਹਾਰ। ਸਿੱਖਾਂ ਨੂੰ ਲੱਗਿਆ ਕਿ ਬੀਬੀ ਗਲਤ ਬੋਲ ਰਹੀ ਹੈ, ਪਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਇਹਦੇ ਬਾਹਰੀ ਬੋਲ ਨਾ ਵੇਖੋ, ਇਹਦੇ ਅੰਦਰ ਭਾਵਨਾ ਦੇਖੋ। ਭਾਵਨਾ ਸੀ, ਉੱਥੇ ਸ਼ਬਦ ਨਹੀਂ ਸੀ। ਇਸ ਕਰਕੇ ਬਹੁਤ ਵਾਰ ਸੁਣਨ ਵਿੱਚ ਆਇਆ, ਬਾਬਾ ਜੀ ਬਾਣੀ ਇਸ ਕਰਕੇ ਨਹੀਂ ਪੜ੍ਹਦੇ ਕਿਤੇ ਗਲਤ ਨਾ ਹੋ ਜਾਏ। ਜਦੋਂ ਤੁਹਾਡੀ ਭਾਵਨਾ ਠੀਕ ਹੈ ਨਾ, ਉਦੋਂ ਤੂੰ ਪਾਪੀ ਮੈਂ ਬਖਸ਼ਣਹਾਰ ਵੀ ਠੀਕ ਹੈ। ਤੇ ਜਦੋਂ ਭਾਵਨਾ ਠੀਕ ਨਹੀਂ, ਉਦੋਂ ਭਾਵੇਂ ਜਿੰਨੀ ਮਰਜ਼ੀ ਗੂੜ ਗਿਆਨਤਾ ਨਾਲ ਪੜ੍ਹ ਲਿਆ ਜੋ, ਉਹ ਵੀ ਲਾਭ ਨਹੀਂ ਹੋਣਾ ਉਹਦਾ। ਇਸ ਕਰਕੇ ਬਾਣੀ ਪੜ੍ਹਨ ਲੱਗਿਆਂ ਕਦੇ ਨਹੀਂ ਘਬਰਾਉਣਾ, ਭਾਵੇਂ ਕੁਛ ਹੀ ਨਾ ਆਉਂਦਾ ਹੋਵੇ। ਉਦੋਂ ਹੀ ਬਾਣੀ ਪੜ੍ਹਨ ਬਹਿ ਜਾਣਾ। ਗੁਰੂ ਤੇ ਸਗੋਂ ਖੁਸ਼ ਹੋਏਗਾ ਕਿ ਇਹਨੂੰ ਮੇਰੇ ਨਾਲ ਇੰਨਾ ਪ੍ਰੇਮ ਹੈ ਕਿ ਨਹੀਂ ਵੀ ਆਉਂਦਾ ਤਾਂ ਵੀ ਲੱਗਿਆ ਹੋਇਆ। ਬੈਠਾ ਤਾਂ ਹੈ ਨਾ ਗੁਰੂ ਨਾਲ ਜੁੜ ਕੇ, ਸਾਰਾ ਨਹੀਂ ਕੁਝ ਤੇ ਸਮਝ ਆਏਗਾ। ਇਸ ਕਰਕੇ ਅੱਜ ਨਹੀਂ ਤੇ ਕੱਲ੍ਹ ਨੂੰ ਮਾਲਕ ਉਪਿਤ ਬਣਾਏਗਾ, ਉਹ ਬਖਸ਼ਿਸ਼ ਵੀ ਕਰੇਗਾ, ਜਿਹਦੇ ਨਾਲ ਤੈਨੂੰ ਸਾਰੀ ਆਉਣ ਲੱਗ ਜਾਏਗੀ, ਸਾਰਾ ਕੁਝ ਪਤਾ ਲੱਗ ਜਾਏਗਾ। ਹੁਣ ਪੁਰਾਣੇ ਸਮੇਂ ਵਿੱਚ ਵੇਖਦੇ ਆਪਾਂ ਸਿੱਖਾਂ ਨੂੰ, ਕਿੰਨਾ ਕਿਤੇ ਸਕੂਲਾਂ ਦੇ ਵਿੱਚ ਪੜ੍ਹੇ ਹੋਏ ਸੀ, ਪੂਰਾ ਗੁਰੂ ਗ੍ਰੰਥ ਸਾਹਿਬ ਤੇ ਕਿੰਨੀ ਬਾਣੀ ਯਾਦ ਹੀ ਹੁੰਦੀ ਸੀ, ਪੜ੍ਹਦੇ ਸੀ। ਅੱਜ ਵੀ ਤਾਂ ਦੇਖ ਰਹੇ ਕਈ ਪਿੰਡਾਂ ਦੇ ਵਿੱਚ ਵੇਖੀ ਬਹੁਤ ਘੱਟ ਪੜ੍ਹੇ ਹੁੰਦੇ ਹੈ, ਪਰ ਬਾਣੀ ਇੰਨੀ ਚੇਤੇ ਹੁੰਦੀ ਹੈ, ਇੰਨੀ ਯਾਦ ਹੁੰਦੀ ਹੈ, ਉਹ ਇੰਨੀ ਸ਼ੁੱਧ ਹੁੰਦੀ ਹੈ ਕਿ ਆਨੰਦ ਆ ਜਾਂਦਾ ਹੈ। ਚੱਲਦਾ ਹੋਵੇ ਸਪੀਕਰ, ਆਪਣੇ ਆਪ ਹੀ ਅੱਗੇ ਤੁਰੇ ਜਾਂਦੇ, ਨਾਲ ਅੱਗੇ ਤੁਰੇ ਜਾਂਦੇ। ਪੜ੍ਹੇ ਨਹੀਂ, ਇਹ ਕਹਿ ਦਿੰਦੇ ਆ ਕਿ ਸਕੂਲ ਅਸੀਂ ਗਏ ਨਹੀਂ, ਪਰ ਕੀ ਸੀ? ਪਿਆਰ ਸੀ ਬਾਣੀ ਨਾਲ, ਪਿਆਰ ਸੀ ਗੁਰੂ ਗ੍ਰੰਥ ਸਾਹਿਬ ਨਾਲ, ਜਿਹੜਾ ਨਾਲ ਲੈ ਗਿਆ। ਜਿਹੜਾ ਨਾ ਉੱਦਾਂ ਅੰਗੂਠੇ ਲਾਉਂਦੇ ਨੇ ਆਪਾਂ ਦੇਖਦੇ ਹਾਂ, ਪਰ ਫਿਰ ਵੀ ਬਾਣੀ ਸਾਰੀ ਆਉਂਦੀ ਹੈ। ਕਹਿਣ ਦਾ ਭਾਵ ਕੀ ਹੈ? ਜਦੋਂ ਪ੍ਰੇਮ ਹੈ, ਇਸ ਕਰਕੇ ਸਭਨਾਂ ਨੂੰ ਹੀ ਬੇਨਤੀ, ਸੰਸਾਰ ਵਿੱਚ ਬੈਠਿਆਂ ਨੂੰ, ਬਾਣੀ ਨਹੀਂ ਪੜ੍ਹਨੀ ਆਉਂਦੀ ਹੈ ਤਾਂ ਵੀ ਪੜ੍ਹੋ, ਆਪਣੇ ਆਪ ਮਾਲਕ ਰਹਿਮਤ ਕਰਨਗੇ। ਹਉ ਪਾਪੀ ਤੂੰ ਬਖਸ਼ਣਹਾਰ, ਤੇਰਾ ਭਾਣਾ ਸਭ ਕਿਛ ਹੋਵੈ। ਜਗਤ ਵਿੱਚ ਜੋ ਕੁਝ ਹੁੰਦਾ ਹੈ ਉਹ ਸਭ ਕੁਝ ਉਹੀ ਹੁੰਦਾ ਜੋ ਤੇਰਾ ਭਾਣਾ ਹੁੰਦਾ ਹੈ, ਜੋ ਤੈਨੂੰ ਚੰਗਾ ਲੱਗਦਾ ਹੈ। ਮਨ ਹਠ ਕੀਚੈ ਅੰਤ ਵਿਗੋਵੈ ਰਹਾਉ, ਪਰ ਇਹ ਅਟਲ ਸਚਾਈ ਭੁਲਾ ਕੇ ਮਨੁੱਖ ਨਿਰੇ ਆਪਣੇ ਮਨ ਦੇ ਹੱਠ ਨਾਲ ਕੰਮ ਕਰਨ ਤੇ ਆਖਰ ਨੂੰ ਖੁਆਰ ਹੁੰਦਾ। ਕਿ ਮਨ ਦਾ ਹੱਠ ਕਰਦਾ, ਮੈਂ ਤੇ ਆਹ ਕਰਨਾ ਹੀ ਕਰਨਾ, ਇੰਜ ਕਰਨਾ ਹੀ ਕਰਨਾ ਹੈ। ਮਾਲਕ ਦੇ ਭਾਣੇ ਨੂੰ ਭੁਲਾ ਕੇ ਫਿਰ ਉਹ ਖੁਆਰ ਹੁੰਦਾ ਹੈ, ਭਟਕਦਾਂ ਦੇ ਵਿੱਚ ਪੈਂਦਾ ਹੈ। ਰਹਾਉ ਮਨਮੁਖ ਕੀ ਮਤ ਕੂੜ ਵਿਆਪੀ, ਬਿਨ ਹਰ ਸਿਮਰਨ ਪਾਪ ਸੰਤਾਪੀ। ਦੁਰਮਤ ਤਿਆਗ ਲਾਹਾ ਕਿਛ ਲੇਵਹੋ, ਜੋ ਉਪਜੈ ਸੋ ਅਲਖ ਅਭੇਵਹੋ। ਮਨਮੁਖ ਕੀ ਮਤ ਕੂੜ ਵਿਆਪੀ, ਆਖਣ ਲੱਗੇ ਨਿਰੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਮਤ, ਅਕਲ
ਮਾਇਆ ਦੇ ਮੋਹ ਵਿੱਚ ਹੀ ਫਸੀ ਰਹਿੰਦੀ ਹੈ, ਝੂਠ ਵਿੱਚ ਹੀ ਫਸੀ ਰਹਿੰਦੀ। ਜਿਹੜਾ ਮਨੁੱਖ ਆਪਣੇ ਮਨ ਪਿੱਛੇ ਲੱਗਿਆ ਰਹਿੰਦਾ ਹੈ, ਬਿਨ ਹਰ ਸਿਮਰਨ ਪਾਪ ਸੰਤਾਪੀ। ਇਸ ਤਰ੍ਹਾਂ ਮਾਲਕ ਦੇ ਸਿਮਰਨ ਤੋਂ ਬਿਨਾ, ਯਾਦ ਤੋਂ ਖੁੰਝ ਕੇ, ਭੁੱਲ ਕੇ, ਮਾਇਆ ਦੇ ਲਾਲਚ ਵਿੱਚ ਮਨੁੱਖ ਮੰਦੇ ਕਰਮ ਕਰਨ ਦੇ ਕਰਕੇ ਫਿਰ ਕੀ ਹੈ, ਸੰਤਾਪ ਭੋਗਦਾ ਹੈ, ਦੁੱਖ ਭੋਗਦਾ ਹੈ, ਦੁਖੀ ਹੁੰਦਾ ਹੈ। ਦੁਰਮਤ ਤਿਆਗ ਲਾਹਾ ਕਿਛ ਲੇਵੋ ਆਖਣ ਲੱਗੇ, ਹੇ ਭਾਈ ਮਾਇਆ ਦੇ ਮੋਹ ਵਿੱਚ ਫਸੀ ਭੈੜੀ ਮੱਤ ਛੱਡ ਕੇ, ਤਿਆਗ ਕੇ ਕੁਝ ਆਤਮਿਕ ਲਾਭ ਵੀ ਲਵੋ, ਆਤਮਿਕ ਆਨੰਦ ਵੀ ਪ੍ਰਾਪਤ ਕਰੋ, ਅੰਦਰ ਦਾ ਸੁੱਖ ਵੀ ਲੱਭੋ। ਜੋ ਉਪਜੈ ਸੋ ਅਲਖ ਅਭੇਵੋ ਆਖਣ ਲੱਗੇ, ਇਹ ਸ਼ਰਧਾ ਬਣਾਓ, ਇਹ ਭਰੋਸਾ ਬਣਾਓ ਕਿ ਜੋ ਕੁਝ ਉਪਜਿਆ ਹੈ, ਜੋ ਕੁਝ ਪੈਦਾ ਹੋਇਆ ਹੈ, ਸੋ ਅਲਖ ਅਭੇਵੋ ਆਖਣ ਲੱਗੇ, ਉਸ ਅਲਖ ਤੇ ਅਭੇਦ ਪ੍ਰਭੂ ਤੋਂ ਹੀ ਪੈਦਾ ਹੋਇਆ। ਭਾਵ ਸਭ ਕੁਝ ਪੈਦਾ ਕਰਨ ਵਾਲਾ ਮਾਲਕ ਉਹ ਆਪ ਹੀ ਹੈ। ਐਸਾ ਹਮਰਾ ਸਖਾ ਸਹਾਈ, ਗੁਰ ਹਰ ਮਿਲਿਆ ਭਗਤ ਦਿਰੜਾਈ। ਸਗਲੀ ਸੌਂਦੀ ਟੋਟਾ ਆਵੈ, ਨਾਨਕ ਰਾਮ ਨਾਮ ਮਨ ਭਾਵੈ। ਸਗਲੀ ਸੌਦੀ ਟੋਟਾ ਆਵੈ, ਬਿੰਦੀਆਂ ਜਿਹੜੀਆਂ ਨੇ ਉਹ ਦੂਜੇ ਪਾਸੇ ਲੱਗੀਆਂ ਹੋਈਆਂ। ਇਹ ਪੁਰਾਣੇ ਸਮੇਂ ਦੇ ਵਿੱਚ ਇਹ ਆਮ ਤੌਰ 'ਤੇ ਲੱਗਦੀਆਂ ਸਨ, ਦੂਜੇ ਪਾਸੇ ਵੀ ਲੱਗ ਜਾਂਦੀ ਸੀ, ਟਿੱਪੇ ਵੀ ਅੱਗੇ ਪਿੱਛੇ ਜਿਹੜੀ ਹੈ ਉਹ ਪੈ ਜਾਂਦੀ ਸੀ। ਐਸਾ ਹਮਰਾ ਸਖਾ ਸਹਾਈ ਆਖਣ ਲੱਗੇ ਕਿ ਸਾਡਾ ਮਿੱਤਰ ਪ੍ਰਭੂ ਉਹ ਸਦਾ ਹੀ ਸਖਾ ਅਤੇ ਸਹਾਈ, ਸਦਾ ਹੀ ਸਹਾਇਤਾ ਕਰਨ ਵਾਲਾ ਹੈ। ਕਿਉਂਕਿ ਅਸੀਂ ਤੇ ਭੁੱਲਣਹਾਰ ਜੀਵ ਹਾਂ, ਅਸੀਂ ਪਾਪੀ ਹਾਂ, ਅਸੀਂ ਭੁੱਲ ਜਾਂਦੇ ਹਾਂ ਉਹਦੀ ਰਜ਼ਾ ਨੂੰ, ਪਰ ਉਹ ਬਖਸ਼ਣ ਵਾਲਾ ਹੈ, ਉਹ ਸਦਾ ਸਹਾਇਤਾ ਕਰਨ ਵਾਲਾ ਹੈ। ਗੁਰ ਹਰ ਮਿਲਿਆ ਭਗਤ ਦ੍ਰਿੜਾਈ, ਉਸ ਦੀ ਮਿਹਰ ਨਾਲ ਜੋ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ, ਗੁਰੂ ਉਸ ਨੂੰ ਪਰਮਾਤਮਾ ਦੀ ਹੀ ਭਗਤੀ ਫਿਰ ਜਿਹੜੀ ਹੈ ਪੱਕੀ ਦ੍ਰਿੜ ਕਰਾਉਂਦਾ, ਉਹਦੇ ਹਿਰਦੇ ਵਿੱਚ ਪੱਕੀ ਕਰਦਾ ਹੈ। ਸਗਲੀ ਸੌਦੀ ਟੋਟਾ ਆਵੈ, ਸੌਦੀ ਭਾਵ ਸੌਦਿਆਂ ਵਿੱਚ, ਕਿ ਮਾਲਕ ਪ੍ਰਭੂ ਦਾ ਸਿਮਰਨ ਛੱਡ ਕੇ, ਉਹਦੀ ਯਾਦ ਨੂੰ ਭੁਲਾ ਕੇ, ਉਹਦੀ ਰਜ਼ਾ ਨੂੰ ਛੱਡ ਕੇ ਸਾਰੇ ਦੁਨਿਆਵੀ ਸੌਦਿਆਂ ਵਿੱਚ ਘਾਟਾ ਹੀ ਘਾਟਾ ਆਉਂਦਾ ਹੈ, ਟੋਟਾ ਹੀ ਆਉਂਦਾ ਹੈ। ਭਾਵ ਇਹ ਸਾਰੀ ਉਮਰ ਜਿਹੜੀ, ਸਾਰਾ ਸਮਾਂ, ਸਾਰੇ ਸਵਾਸ ਨੇ, ਇਹ ਸਾਰੇ ਹੀ ਬੇਕਾਰ ਬੇਅਰਥ ਹੀ ਚਲੇ ਜਾਂਦੇ ਨੇ। ਨਾਨਕ ਰਾਮ ਨਾਮ ਮਨ ਭਾਵੈ, ਹੈ ਨਾਨਕ ਉਸ ਮਨੁੱਖ ਨੂੰ ਘਾਟਾ ਨਹੀਂ ਹੁੰਦਾ ਜਿਸ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਭਾਉਂਦਾ ਹੈ, ਚੰਗਾ ਲੱਗਦਾ ਹੈ। ਆਸਾ ਮਹਿਲਾ ਪਹਿਲਾ ਚੌਪਦੀ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਜਾਂ ਪੰਚ ਰਾਸੀ ਤਾਂ ਤੀਰਥ ਵਾਸੀ। ਘੁੰਗਰੂ ਵਾਜੈ ਜੇ ਮਨ ਲਾਗੈ, ਤਉ ਜਮ ਕਹਾਂ ਕਰੇ ਮੋਹ ਸਿਓ ਆਗੈ ਰਹਾਉ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਵਿਦਿਆ ਪ੍ਰਾਪਤ ਕਰਕੇ ਜੋ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਹੋ ਗਿਆ, ਤਾਂ ਸਮਝੋ ਕਿ ਉਹ ਵਿਦਿਆ ਪਾ ਕੇ ਵਿਚਾਰਵਾਨ ਬਣਿਆ ਹੈ। ਭਾਵ ਵਿਦਿਆ ਪ੍ਰਾਪਤ ਕਰਕੇ ਦੂਜਿਆਂ ਦੀ ਭਲਾਈ ਕਰਨ ਵਾਲਾ ਬਣ ਗਿਆ। ਜੋ ਉਹਨੇ ਆਪ ਪ੍ਰਾਪਤ ਕੀਤਾ ਹੈ ਉਹ ਦੂਜਿਆਂ ਨੂੰ ਵੰਡਣ ਵਾਲਾ ਹੋ ਗਿਆ। ਜਾਂ ਪੰਚ ਰਾਸੀ ਤਾਂ ਤੀਰਥ ਵਾਸੀ, ਤੀਰਥਾਂ ਤੇ ਨਿਵਾਸ ਰੱਖਣ ਵਾਲਾ ਉਦੋਂ ਹੀ ਸਫਲ ਹੈ ਜੇ ਉਸਨੇ ਪੰਜੇ ਵਿਕਾਰ ਹਨ ਜਿਹੜੇ ਉਹ ਵਸ ਵਿੱਚ ਕਰ ਲਏ। ਕਹਿੰਦੇ ਕਿ ਤਾਂ ਹੀ ਤੀਰਥ ਤੇ ਰਹਿਣ ਦਾ ਫਾਇਦਾ ਹੈ, ਉਹਦਾ ਲਾਭ ਤਾਂ ਹੈ ਜੇ ਉਹਨੇ ਆਪਣੇ ਪੰਜੇ ਵਿਕਾਰ ਵਸ ਵਿੱਚ ਕਰ ਲਏ ਹੈ। ਤੇ ਜੇ ਤੀਰਥ ਤੇ ਜਾ ਕੇ ਵੀ ਨਹੀਂ ਹੋਏ, ਫਿਰ ਤੀਰਥ ਤੇ ਰਹਿਣ ਦਾ ਕੋਈ ਲਾਭ ਨਹੀਂ ਹੈ। ਘੁੰਗਰੂ ਵਾਜੈ ਜੇ ਮਨ ਲਾਗੈ, ਜੇ ਮੇਰਾ ਮਨ ਪ੍ਰਭੂ ਚਰਨਾਂ ਵਿੱਚ ਜੁੜਨਾ ਸਿੱਖ ਗਿਆ,
ਲੱਗਣਾ ਸਿੱਖ ਗਿਆ, ਇਹਦੀ ਲਗਨ ਬਣ ਗਈ, ਉਦੋਂ ਹੀ ਭਗਤੀਆ ਬਣ ਕੇ ਘੁੰਗਰੂ ਵਜਾਉਣੇ ਸਫਲ ਨੇ। ਕਿਉਂਕਿ ਘੁੰਗਰੂ ਵਜਾਏ ਜਾਂਦੇ ਆ ਨਾ ਕਈ ਥਾਵਾਂ ਤੇ, ਰੱਬ ਨੂੰ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ ਨੱਚਿਆ ਜਾਂਦਾ ਹੈ। ਆਖਣ ਲੱਗੇ ਜੇ ਮਨ ਉਹਦੇ ਮਾਲਕ ਦੇ ਚਰਨਾਂ ਵਿੱਚ ਜੁੜ ਗਿਆ ਨਾ, ਜੇ ਇਹਦਾ ਪ੍ਰੇਮ ਬਣ ਗਿਆ ਤੇ ਫਿਰ ਤੇਰਾ ਨੱਚਿਆ ਵੀ ਪ੍ਰਵਾਨ ਹੈ। ਤੇ ਜੇ ਨੱਚ ਕੇ ਵੀ ਨਹੀਂ ਪ੍ਰਾਪਤੀ ਹੋਈ ਤੇ ਫਿਰ ਇਹ ਘੁੰਗਰੂ ਬੰਨ ਕੇ ਨੱਚਣ ਦਾ ਵੀ ਕੋਈ ਲਾਭ ਨਹੀਂ ਹੈ। ਤਉ ਜਮ ਕਾਹਾਂ ਕਰੇ ਮੋਸਿਓ ਆਗੈ ਰਹਾਉ। ਫਿਰ ਪਰਲੋਕ ਵਿੱਚ ਮਾਲਕ ਦੇ ਘਰ ਵਿੱਚ ਜਮ ਮੇਰਾ ਕੁਝ ਵੀ ਵਿਗਾੜ ਨਹੀਂ ਸਕਦਾ, ਜੇਕਰ ਮੇਰਾ ਮਨ ਮਾਲਕ ਦੇ ਚਰਨਾਂ ਵਿੱਚ ਜੁੜ ਜਾਏ। ਰਹਾਉ। ਆਸ ਨਿਰਾਸੀ ਤਉ ਸੰਨਿਆਸੀ, ਜਾਂ ਜਤ ਜੋਗੀ ਤਾਂ ਕਾਇਆ ਭੋਗੀ। ਦਇਆ ਦਿਗੰਬਰ ਦੇ ਵਿਚਾਰੀ, ਆਪ ਮਰੈ ਅਵਰਾ ਨਹ ਮਾਰੀ। ਏਕ ਤੂੰ ਹੋਰ ਵੇਸ ਬਹੁ ਤੇਰੇ, ਨਾਨਕ ਜਾਣੈ ਚੋਜ ਨ ਤੇਰੇ। ਆਸ ਨਿਰਾਸੀ ਤਉ ਸੰਨਿਆਸੀ, ਜੇ ਸਭ ਦੁਨਿਆਵੀ ਪਦਾਰਥਾਂ ਵੱਲੋਂ, ਆਸਾਂ ਵੱਲੋਂ ਨਿਰਾਸ਼ ਹੋ ਜਾਈਏ, ਜੇ ਉਦਾਸ ਹੋ ਗਿਆ, ਨਿਰਾਸ਼ ਹੋ ਗਿਆ, ਜੇ ਤਿਆਗੀ ਹੋ ਗਿਆ, ਤਾਂ ਸਮਝੋ ਇਹ ਸੰਨਿਆਸੀ ਹੈ। ਫਿਰ ਹੈ ਇਹ ਸੰਨਿਆਸੀ, ਫਿਰ ਅਸਲ ਸੰਨਿਆਸੀ ਹੈ। ਜਾਂ ਜਤ ਜੋਗੀ ਤਾਂ ਕਾਇਆ ਭੋਗੀ। ਆਖਣ ਲੱਗੇ ਜੇ ਗ੍ਰਸਤੀ ਹੁੰਦਿਆਂ ਜੋਗੀ ਵਾਲਾ ਜਤ ਕਾਇਮ ਹੈ ਤਾਂ ਉਸ ਨੂੰ ਅਸਲ ਗ੍ਰਸਤੀ ਜਾਣੋ। ਕਹਿਣ ਦਾ ਭਾਵ ਕਿ ਜੇ ਗ੍ਰਸਤੀ ਹੁੰਦਿਆਂ ਵੀ ਵਿਕਾਰੀ ਜੀਵਨ ਨਹੀਂ ਹੈ, ਫਿਰ ਤੂੰ ਜਤ ਵਾਲਾ ਜੋਗੀ ਹੈ। ਦਇਆ ਦਿਗੰਬਰ ਦੇ ਵਿਚਾਰੀ। ਆਖਣ ਲੱਗੇ ਦਇਆ ਦਿਗੰਬਰ ਕਿ ਜੇ ਹਿਰਦੇ ਵਿੱਚ ਦਇਆ ਹੈ, ਜੇ ਸਰੀਰ ਨੂੰ ਵਿਕਾਰਾਂ ਵੱਲੋਂ ਪਵਿੱਤਰ ਨਿਰਮਲ ਰੱਖਣ ਦੀ ਵਿਚਾਰ ਵਾਲਾ ਵੀ ਹੈ, ਤਾਂ ਉਹ ਅਸਲ ਦਿਗੰਬਰ ਹੈ। ਦਿਗੰਬਰ ਤੋਂ ਭਾਵ ਕੀ ਹੈ ਜੀ? ਕੌਣ ਦੱਸੇਗਾ ਦਿਗੰਬਰ ਕੌਣ ਹੁੰਦੇ ਆ? ਹਾਂਜੀ, ਜੈਨੀਆਂ ਨੂੰ ਆਖਿਆ ਜਾਂਦਾ ਜਿਹੜੇ ਕੱਪੜੇ ਨਹੀਂ ਪਹਿਨਦੇ। ਕੱਪੜੇ ਨਹੀਂ ਪਹਿਨਦੇ, ਉਹ ਵੈਸੇ ਹੀ ਰਹਿੰਦੇ ਆ। ਇਸ ਕਰਕੇ ਉਹ ਕਹਿੰਦੇ ਆ ਕਿ ਅਸੀਂ ਜਿਵੇਂ ਮਾਲਕ ਵੱਲੋਂ ਆਏ ਅਸੀਂ ਉਵੇਂ ਰਹਿਣਾ। ਭਾਵ ਉਹ ਇਸੇ ਤਰ੍ਹਾਂ। ਖੈਰ, ਕਿ ਆਖਣ ਲੱਗੇ ਉਹ ਦਇਆ ਦਾ ਰੂਪ ਜਿਹੜਾ ਆਖਦੇ ਹਮੇਸ਼ਾ ਹੀ, ਆਪ ਮਰੈ ਅਵਰਾਂ ਨਹ ਮਾਰੀ। ਜੋ ਮਨੁੱਖ ਆਪ ਵਿਕਾਰਾਂ ਵੱਲੋਂ ਮਰਿਆ ਹੋਇਆ ਹੈ, ਉਹੀ ਹੈ ਅਸਲ ਅਹਿੰਸਾਵਾਦੀ, ਜੋ ਹੋਰਨਾਂ ਨੂੰ ਨਹੀਂ ਮਾਰਦਾ। ਕਿਉਂਕਿ ਜੈਨੀਆਂ ਦੇ ਵਿੱਚ ਇੱਕ ਅਹਿੰਸਾ ਨਿਯਮ ਹੈ। ਉਹਨਾਂ ਦਾ ਸਿਧਾਂਤ ਹੈ ਕਿ ਅਸੀਂ ਹਿੰਸਾ ਨਹੀਂ ਕਰਨੀ, ਹਮੇਸ਼ਾ ਅਹਿੰਸਾ ਹੀ ਰੱਖਣਾ। ਕਿ ਜੇ ਕੋਈ ਇੱਕ ਚਪੇੜ ਮਾਰੇ ਤੇ ਦੂਜੀ ਗੱਲ ਅੱਗੇ ਕਰ ਦੇਣੀ ਕਿ ਲੈ ਹੋਰ ਮਾਰ ਲਾ, ਅੱਗੋਂ ਅਸੀਂ ਹੱਥ ਨਹੀਂ ਚੱਕਣਾ। ਦੂਜੇ ਪਾਸੇ ਉਹ ਕੁਝ ਵੀ, ਜਿਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਅੱਗੇ ਆਸਾ ਦੀ ਵਾਰ ਦੇ ਵਿੱਚ ਵੀ, ਹੋਰ ਵੀ ਕਈ ਥਾਵਾਂ ਤੇ ਲਿਖਿਆ ਵੀ ਹੈ ਕਿ ਜਦੋਂ ਉਹ ਇੰਨੇ ਕੁ ਹੈ, ਭਾਵ ਕਿ ਆਪਣੇ ਸਿਰ ਦੇ ਉੱਤੋਂ ਵਾਲ ਵੀ ਪੁੱਟ ਦਿੰਦੇ ਆ, ਸਵਾਹ ਲਾ ਲਾ ਕੇ, ਤਾਂ ਕਿ ਇਹਨਾਂ ਦੇ ਵਿੱਚ ਕੋਈ ਜੀਵ ਜੰਤੂ ਪੈਦਾ ਨਾ ਹੋ ਸਕੇ ਤੇ ਬਾਅਦ ਚ ਮਰ ਨਾ ਜਾਏ। ਅਤੇ ਆਪਣੇ ਤਨ ਦੇ ਉਹ ਕੱਪੜਾ ਵੀ ਨਹੀਂ ਪਹਿਨਦੇ ਕਿ ਕਿਤੇ ਪਸੀਨੇ ਆਦਿ ਕਰਕੇ ਜਾਂ ਹੋਰ ਆਦਿ ਕਰਕੇ ਇਹ ਕੀ ਹੈ, ਕਿਤੇ ਕੋਈ ਜੀਵ ਪੈਦਾ ਨਾ ਹੋ ਜਾਏ ਤੇ ਮਰ ਨਾ ਜਾਏ। ਆਪਣਾ ਜਦੋਂ ਉਹ ਮਲ ਮੂਤਰ ਤਿਆਗਦੇ ਹੈ ਕਿਤੇ ਵੀ, ਤੇ ਉਹ ਉਸ ਨੂੰ ਵੀ ਡੰਡੇ ਦੇ ਨਾਲ ਫਰੋਲ ਦਿੰਦੇ ਆ, ਇਸ ਤਰ੍ਹਾਂ ਕਰਕੇ ਦੂਰ ਦੂਰ ਖਿਲਾਰ ਦਿੰਦੇ ਹੈ, ਤਾਂ ਕਿ ਇਸ ਪਏ ਹੋਏ ਦੇ ਵਿੱਚ ਕਿਤੇ ਕੋਈ ਜੀਵ ਨਾ ਪੈਦਾ ਹੋ ਜਾਣ ਤੇ ਬਾਅਦ ਚੋਂ ਭੁੱਖੇ ਮਰ ਜਾਣਗੇ। ਉਹ ਹਮੇਸ਼ਾ ਅੱਗੇ, ਕਿਉਂਕਿ ਅੱਜ ਤੇ ਭਾਵੇਂ ਬਦਲਾਵ ਆ ਗਿਆ, ਉਹ ਅੱਗੇ ਇਸ ਤਰ੍ਹਾਂ ਝਾੜੂ ਜਿਹਾ ਲੈ ਕੇ ਚੱਲਦੇ ਹੁੰਦੇ ਆ, ਪਿੱਛੇ ਲਾਈਨ 'ਚ ਚੱਲਦੇ ਆ ਕਿ ਅੱਗੇ ਕੋਈ ਕੀੜੀ ਜਾਂ ਕੋਈ ਹੋਰ ਛੋਟਾ ਮੋਟਾ ਜੀਵ ਨਾ ਆ ਜਾਏ, ਝਾੜੂ ਮਾਰਦੇ ਜਾਂਦੇ ਕਿ ਪਾਸੇ ਹੋ ਜਾਏਗਾ, ਅਸੀਂ ਲੰਘ ਜਾਵਾਂਗੇ। ਨੰਗੇ ਪੈਰੀਂ ਚੱਲਦੇ ਆ, ਪਾਉਂਦੇ ਨਾ ਤਨ ਤੇ ਕੱਪੜਾ ਪਹਿਨਣਾ ਨਾ ਪੈਰਾਂ 'ਚ, ਇਸੇ ਤਰ੍ਹਾਂ ਹੀ। ਖੈਰ, ਭਾਵੇਂ ਅੱਜ ਬਦਲਾਵ ਹੈ, ਪਰ ਪੁਰਾਤਨ ਸਮੇਂ ਵਿੱਚ ਬਹੁਤਾ ਅਜਿਹਾ ਸੀ, ਅੱਜ ਵੀ ਬਥੇਰੇ ਮਿਲ ਜਾਣਗੇ ਐਸੇ। ਖੈਰ,
ਆਪ ਮਰੈ ਅਵਰਾ ਨਾ। ਕਹਿੰਦੇ ਅਸਲ ਦਇਆ ਇਹ ਹੈ, ਅਸਲ ਦਇਆ ਇਹ ਹੈ, ਇਹ ਨਹੀਂ ਦਇਆ ਕਿ ਜਿਹੜੀ ਜੇ ਹਜੇ ਸਾਡੇ ਜੀਵਨ ਦੇ ਵਿੱਚ ਮਾਲਕ ਦਾ ਨਾਮ ਹੀ ਨਹੀਂ ਹੈ। ਏਕ ਤੂੰ ਹੋਰ ਵੇਸ ਬਹੁ ਤੇਰੇ, ਪਰ ਕਿਸੇ ਨੂੰ ਮੰਦਾ ਨਹੀਂ ਕਿਹਾ ਜਾ ਸਕਦਾ ਹੈ ਪ੍ਰਭੂ। ਇਹ ਸਾਰੇ ਤੇਰੇ ਹੀ ਅਨੇਕਾਂ ਵੇਸ ਹਨ, ਹਰੇਕ ਵੇਸ ਵਿੱਚ ਤੂੰ ਆਪ ਹੀ ਮੌਜੂਦ ਹੈ। ਜਿਵੇਂ ਜਿਵੇਂ ਕਾਰ ਵਿੱਚ ਲਾਇਆ ਹੋਇਆ ਉਹ ਵਿੱਚ ਲੱਗੇ ਹੋਏ ਹੈ। ਇਸ ਕਰਕੇ ਇਹ ਸਾਰੇ ਤੇਰੇ ਰੂਪ ਨੇ, ਸਾਰਿਆਂ ਦੇ ਵਿੱਚ ਤੂੰ ਵਸਦਾ। ਨਾਨਕ ਜਾਣੈ ਚੋਜ ਨਾ ਤੇਰੇ, ਨਾਨਕ ਵਿਚਾਰਾ ਤੇਰੇ ਕੌਤਕ ਤਮਾਸ਼ੇ, ਤੇਰੇ ਚੋਜ ਨਹੀਂ ਸਮਝ ਸਕਦਾ, ਨਹੀਂ ਭੇਤ ਪਾ ਸਕਦਾ ਹੈ। ਆਸਾ ਮਹਿਲਾ ਪਹਿਲਾ। ਏਕ ਨ ਭਰੀਆ ਗੁਣ ਕਰ ਧੋਵਾ, ਮੇਰਾ ਸਹਿ ਜਾਗੈ ਹਉ ਨਿਸ ਭਰ ਸੋਵਾ। ਇਉ ਕਿਉ ਕੰਤ ਪਿਆਰੀ ਹੋਵਾ, ਸਹਿ ਜਾਗੈ ਹਉ ਨਿਸ ਭਰ ਸੋਵਾ। ਰਹਾਉ। ਹੁਣ ਸਤਿਗੁਰੂ ਪਾਤਸ਼ਾਹ ਜੀ ਇੱਥੇ ਰਹਿਮਤ ਕਰ ਰਹੇ ਹੈ। ਏਕ ਨ ਭਰੀਆ ਗੁਣ ਕਰ ਧੋਵਾ। ਮੈਂ ਕਿਸੇ ਸਿਰਫ ਇੱਕ ਔਗਣ ਨਾਲ ਲਿਬੜੀ ਹੋਈ ਨਹੀਂ ਆ, ਇੱਕ ਔਗਣ ਨਾਲ ਨਹੀਂ ਮੈਂ ਭਰੀ ਹੋਈ। ਇਹ ਜਿੰਦ ਆਪਣੇ ਆਪ ਨੂੰ ਆਖ ਰਹੀ ਹੈ, ਇਹ ਜਿਹੜੀ ਜਿੰਦ ਹੈ ਕਿਸੇ ਇੱਕ ਔਗਣ ਨਾਲ ਨਹੀਂ ਭਰੀ ਹੋਈ ਕਿ ਇਹਦੇ 'ਚ ਇੱਕ ਔਗਣ ਹੀ ਭਰਿਆ ਹੋਇਆ। ਕਹਿਣ ਲੱਗੇ ਨਹੀਂ ਹਾਂ ਕਿ ਆਪਣੇ ਅੰਦਰ ਗੁਣ ਪੈਦਾ ਕਰਕੇ ਉਸ ਇੱਕ ਔਗਣ ਨੂੰ ਧੋ ਸਕਾਂ, ਕਿ ਮੇਰੇ ਕੋਲ ਇੰਨੀ ਸਮਰੱਥਾ ਨਹੀਂ ਹੈ ਕਿ ਮੈਂ ਆਪਣੇ ਅੰਦਰ ਜਿਹੜੇ ਉਹ ਇੱਕ ਹੀ ਔਗਣ ਹੈ ਤੇ ਮੈਂ ਉਹਨੂੰ ਆਪਣੇ ਅੰਦਰ ਗੁਣ ਪੈਦਾ ਕਰਕੇ ਧੋ ਲਵਾਂ। ਆਖਣ ਲੱਗੇ ਕਿ ਮੇਰੇ ਅੰਦਰ ਬੇਅੰਤ ਔਗਣ ਨੇ, ਇਸ ਕਰਕੇ ਕੀ ਹੈ ਮੈਂ ਆਪਣੇ ਔਗਣਾਂ ਨੂੰ ਧੋ ਨਹੀਂ ਸਕਦੀ। ਮੇਰਾ ਸਹਿ ਜਾਗੇ ਹੁਣ ਨਿਸਭਰ ਸੋਵਾਂ। ਮੈਂ ਤਾਂ ਸਾਰੀ ਉਮਰ ਰਾਤ ਹੀ ਕਿ ਭਾਵ ਸਾਰੀ ਉਮਰ ਸਾਰਾ ਸਮਾਂ ਹੀ ਮੋਹ ਦੀ ਨੀਂਦ ਵਿੱਚ ਸੁੱਤੀ ਰਹੀ ਹੈ ਤੇ ਮੇਰਾ ਖਸਮ ਪ੍ਰਭੂ ਜਾਗਦਾ ਰਹਿੰਦਾ ਹੈ, ਉਸ ਦੇ ਨੇੜੇ ਮੋਹ ਢੁੱਕ ਨਹੀਂ ਸਕਦਾ। ਭਾਵ ਇੱਥੇ ਦੁਨਿਆਵੀ ਸੌਣ ਦੀ ਗੱਲ ਨਹੀਂ ਕਿ ਰਾਤ ਨੂੰ ਸੌ ਜਾਣਾ, ਇੱਥੇ ਗੱਲ ਹੈ ਵਿਕਾਰਾਂ ਵਿੱਚ ਸੁੱਤੇ ਰਹਿਣਾ, ਰੱਬ ਦੀ ਰਜ਼ਾ ਵੱਲੋਂ ਸੁੱਤੇ ਹੀ ਰਹਿਣਾ, ਮੋਹ ਦੇ ਵਿੱਚ ਹੀ ਫਸੇ ਰਹਿਣਾ, ਆਪਣੀ ਸੁਰਤ ਨੂੰ ਬਾਹਰ ਹੀ ਨਾ ਆਉਣ ਦੇਣਾ। ਉਸ ਨੂੰ ਆਖਦੀ ਹੈ ਕਿ ਮੈਂ ਸੁੱਤੀ ਰਹਿੰਦੀ ਹੈ, ਮੇਰੇ ਅੰਦਰ ਔਗਣ ਹੀ ਇੰਨੇ ਹੈ, ਮੇਰੇ ਅੰਦਰ ਇੱਕ ਅੱਧਾ ਔਗਣ ਹੋਵੇ ਤੇ ਮੈਂ ਉਹਨੂੰ ਧੋ ਲਵਾਂ, ਮੈਂ ਉਹਨੂੰ ਕੱਢ ਦੇਵਾਂ। ਔਗਣ ਹੈ ਹੀ ਬਹੁਤ, ਇਸ ਕਰਕੇ ਮੈਂ ਸੁੱਤੀ ਰਹਿੰਦੀ ਤੇ ਮੇਰਾ ਮਾਲਕ ਪ੍ਰਭੂ ਜਿਹੜਾ ਹੈ ਉਹ ਜਾਗਦਾ ਰਹਿੰਦਾ, ਜਿਹੜਾ ਮੇਰਾ ਅਸਲ ਖਸਮ ਹੈ। ਇਉਂ ਕਿਉਂ ਕੰਤ ਪਿਆਰੀ ਹੋਵਾਂ। ਅਜਿਹੀ ਹਾਲਤ ਵਿੱਚ ਮੈਂ ਖਸਮ ਪ੍ਰਭੂ ਨੂੰ ਕਿਵੇਂ ਪਿਆਰੀ ਲੱਗ ਸਕਦੀ ਹੈ, ਕਿਵੇਂ ਚੰਗੀ ਲੱਗ ਸਕਦੀ ਹਾਂ। ਸ਼ਹਿ ਜਾਗੈ ਹੁਣ ਨਿਸਭਰ ਸੋਵਾਂ, ਕਿ ਖਸਮ ਜਾਗਦਾ ਤੇ ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ, ਕਿ ਮਾਲਕ ਮੈਨੂੰ ਜਗਾਉਂਦਾ ਵੀ ਹੈ, ਮੇਰੇ ਸਾਹਮਣੇ ਖਲੋਤਾ ਵੀ ਹੈ, ਹਰ ਪਾਸਿਓਂ ਮੇਰੇ ਤੇ ਨਜ਼ਰ ਰੱਖ ਰਿਹਾ ਹੈ, ਪਰ ਮੈਂ ਵਿਕਾਰਾਂ ਵਿੱਚ ਸੁੱਤੀ ਹੋਈ ਹਾਂ, ਮੇਰੀ ਬੁੱਧੀ ਭ੍ਰਸ਼ਟ ਹੋਈ ਹੈ, ਔਗਣਾਂ ਵਿੱਚ ਫਸੀ ਹੋਈ ਹੈ। ਇਸ ਕਰਕੇ ਫਿਰ ਜਦੋਂ ਮੈਂ ਆਪਣੀ ਸ਼ਹਿ ਦੀ ਕੋਈ ਗੱਲ ਮੰਨਦੀ ਨਹੀਂ, ਮੈਂ ਉਹਨੂੰ ਦੇਖ ਹੀ ਨਹੀਂ ਸਕਦੀ, ਮੈਂ ਉਹਦਾ ਕੋਈ ਗੁਣ ਹੀ ਨਹੀਂ ਪਾਲਦੀ, ਤੇ ਫਿਰ ਮੈਂ ਉਹਨੂੰ ਪਿਆਰੀ ਕਿਵੇਂ ਲੱਗ ਸਕਦੀ ਹਾਂ। ਆਸ ਪਿਆਸੀ ਸਿਜੈ ਆਵਾਂ, ਆਗੈ ਸਹਿ ਭਾਵਾਂ ਕੇ ਨਾ ਭਾਵਾਂ। ਕਿਆ ਜਾਨਾ ਕਿਆ ਹੋਏਗੀ ਰੀ ਮਾਈ, ਕਿਆ ਜਾਨਾ ਕਿਆ ਹੋਏਗਾ ਰੀ ਮਾਈ। ਹਰ ਦਰਸ਼ਨ ਬਿਨ ਰਹਿਨ ਨ ਜਾਈ। ਰਹਾਉ। ਹੁਣ ਇੱਥੇ ਸਾਰੇ ਸ਼ਬਦਾਂ ਦੇ ਭਾਵ ਕਿ ਬੰਦਾਂ ਦੇ ਨਾਲ ਇਹ ਰਹਾਉ ਦਾ ਬੰਦ ਜਿਹੜਾ ਉਹ ਦਰਜ ਕੀਤਾ ਹੋਇਆ ਕਿ ਆਮ ਤੌਰ ਤੇ ਹਰੇਕ ਸ਼ਬਦ ਵਿੱਚ ਆਪਾਂ ਦੇਖਦੇ ਹਾਂ ਇੱਕ ਹੀ ਰਹਾਉ ਆਉਂਦਾ ਹੈ, ਪਰ ਇਹਦੇ ਵਿੱਚ ਜਿਹੜਾ ਹੈ ਇਹ 4 ਰਹਾਉ ਦੇ ਬੰਦ ਹੈ। ਹਰੇਕ ਬੰਦ ਦੇ ਨਾਲ ਜਿਹੜਾ ਇੱਕ ਰਹਾਉ ਦਾ ਬੰਦ ਹੈ, ਜਿਸ ਵਿੱਚ ਮਨੁੱਖ ਦੀਆਂ 4 ਜਿਹੜੀਆਂ ਨੇ ਨਾ
ਉਹ ਅਵਸਥਾਵਾਂ ਬਿਆਨ ਕੀਤੀਆਂ ਹੋਈਆਂ ਵੱਖਰੀਆਂ ਵੱਖਰੀਆਂ ਚਾਰੇ ਬੰਦਾਂ ਦੇ ਵਿੱਚ। ਜਿਵੇਂ ਪਹਿਲੀ ਵਿੱਚ ਪਛਤਾਵਾ ਹੈ ਕਿ ਮੈਂ ਸੁੱਤੀ ਹੋਈ ਹਾਂ, ਮਾਲਕ ਜਾਗਦਾ ਹੈ। ਆ ਦੂਜੇ ਦੇ ਵਿੱਚ ਹੁਣ ਸ਼ਹਿ ਭਾਵਾਂ ਕਿ ਨਾ ਭਾਵਾਂ, ਵਿਆਕੁਲ ਭਾਵ ਦਰਸ਼ਨ ਦੀ ਤਾਂਘ ਹੈ। ਤੀਜੇ ਦੇ ਵਿੱਚ ਵਿਆਕੁਲਤਾ ਹੈ। ਚੌਥਾ ਜਿਹੜਾ ਹੈ ਉਹ ਰਜ਼ਾ ਦੇ ਵਿੱਚ ਹੈ। ਖੈਰ ਆਪਾਂ ਸਾਂਝਾ ਕਰਦੇ ਹਾਂ। ਸਤਿਗੁਰੂ ਜੀ ਆਖ ਰਹੇ ਨੇ, ਆਸ ਪਿਆਸੀ ਸੇਜੈ ਆਵਾਂ। ਮੈਂ ਸੇਜ ਤੇ ਆਉਂਦੀ ਹਾਂ, ਮੈਂ ਹਿਰਦੇ ਸੇਜ ਵੱਲ ਪਰਤਦੀ ਹਾਂ, ਪਰ ਅਜੇ ਵੀ ਦੁਨੀਆ ਦੀਆਂ ਆਸਾਂ ਦੀ ਪਿਆਸ ਨਾਲ ਮੈਂ ਕੀ ਆ, ਰੁੱਝੀ ਪਈ ਹਾਂ, ਭਰੀ ਪਈ ਹਾਂ, ਵਿਆਕੁਲ ਹਾਂ। ਆਗੈ ਸ਼ਹਿ ਭਾਵਾਂ ਕਿ ਨਾ ਭਾਵਾਂ। ਅਜਿਹੀ ਹਾਲਤ ਦੇ ਨਾਲ ਮੈਂ ਭਾਵ ਐਸੀ ਦਿਸ਼ਾ, ਐਸੀ ਆਪਣੀ ਹਾਲਤ ਦਸ਼ਾ ਦੇ ਨਾਲ ਇਹ ਕਿਵੇਂ ਯਕੀਨ ਕਰਾਂ ਕਿ ਮੈਂ ਖਸਮ ਪ੍ਰਭੂ ਨੂੰ ਪਸੰਦ ਆਵਾਂਗੀ ਕਿ ਨਾ ਆਵਾਂ, ਕਿ ਆ ਜਾਵਾਂਗੀ ਇਹਦਾ ਮੈਂ ਯਕੀਨ ਕਿਵੇਂ ਕਰਾਂ, ਕਿਉਂਕਿ ਮੇਰੀ ਅਜੇ ਹਾਲਤ ਹੀ ਮਾਲਕ ਨੂੰ ਪ੍ਰਵਾਨ ਹੋਣ ਵਾਲੀ ਨਹੀਂ ਹੈ। ਕਿਆ ਜਾਣਾ ਕਿਆ ਹੋਏਗੀ ਰੀ ਮਾਈ, ਹੇ ਰੀ ਮਾਈ, ਹੇ ਮੇਰੀ ਮਾਂ। ਸਾਰੀ ਉਮਰ ਮਾਇਆ ਦੀ ਨੀਂਦ ਵਿੱਚ ਸੁੱਤੀ ਰਹਿਣ ਕਰਕੇ ਮੈਨੂੰ ਸਮਝ ਨਹੀਂ ਆਉਂਦੀ ਕਿ ਹੁਣ ਮੇਰਾ ਕੀ ਹੋਏਗਾ, ਕੀ ਬਣੇਗਾ ਮੇਰਾ ਹੁਣ। ਹਰ ਦਰਸ਼ਨ ਬਿਨ ਰਹਿਣ ਨਾ ਜਾਈ। ਆਖਣ ਲੱਗੇ ਮੈਨੂੰ ਪ੍ਰਭੂ ਪਤੀ ਪ੍ਰਵਾਨ ਕਰੇਗਾ ਕਿ ਨਹੀਂ ਕਰੇਗਾ, ਪਰ ਹੁਣ ਪ੍ਰਭੂ ਪਤੀ ਮਾਲਕ ਦੇ ਦਰਸ਼ਨ ਤੋਂ ਬਿਨਾਂ ਮੈਨੂੰ ਧੀਰਜ ਨਹੀਂ ਵੱਜਦਾ, ਮੈਨੂੰ ਸੰਤੋਖ ਨਹੀਂ ਆਉਂਦਾ, ਮੈਨੂੰ ਸਬਰ ਨਹੀਂ ਆਉਂਦਾ ਹੈ। ਇਸ ਕਰਕੇ ਹੁਣ ਇੱਥੇ ਕੀ ਹੈ, ਦਰਸ਼ਨ ਦੀ ਤਾਂਘ ਹੈ ਕਿ ਮੈਨੂੰ ਮਾਲਕ ਮਿਲ ਜਾਏ। ਇਹ ਦੂਜੇ ਬੰਦ ਵਿੱਚ ਪ੍ਰੇਮ ਨਾ ਚਾਖਿਆ ਮੇਰੀ ਤਿਸਨਾ ਬੁਝਾਨੀ। ਗਿਆ ਸੁਜੋਬਨ ਧਨ ਪਸ਼ੁਤਾਨੀ। ਅਜੈ ਸੁਜਾਗੋਂ ਆਸ ਪਿਆਸੀ। ਭਈ ਲੈ ਉਦਾਸੀ ਰਹੋ ਨਿਰਾਸੀ ਰਹਾਓ। ਪ੍ਰੇਮ ਨਾ ਚਾਖਿਆ ਮੇਰੀ ਤਿਸ ਨਾ ਬੁਝਾਨੀ। ਤਿਸ ਤੋਂ ਭਾਵ ਤ੍ਰਿਸ਼ਨਾ, ਪਿਆਸ। ਆਖਣ ਲੱਗੇ ਹੇ ਮਾਂ, ਸਾਰੀ ਉਮਰ ਮੈਂ ਪ੍ਰਭੂ ਪਤੀ ਦੇ ਪ੍ਰੇਮ ਦਾ ਸਵਾਦ ਚਖਿਆ ਹੀ ਨਹੀਂ, ਪ੍ਰੇਮ ਨਾ ਚਖਿਆ, ਮੈਂ ਉਹਦਾ ਪਿਆਰ ਮਾਣਿਆ ਹੀ ਨਹੀਂ, ਮੈਂ ਉਹਨੂੰ ਚੰਗੀ ਨਹੀਂ ਲੱਗੀ, ਮੈਂ ਉਹਨੂੰ ਭਾ ਹੀ ਨਹੀਂ। ਇਸ ਕਰਕੇ ਕੀ ਹੈ, ਮੇਰੀ ਤਿਸਨਾ ਬੁਝਾਨੀ। ਇਸ ਕਰਕੇ ਮੇਰੀ ਮਾਇਆ ਵਾਲੀ ਜਿਹੜੀ ਪਿਆਸ ਹੈ, ਤ੍ਰਿਸ਼ਨਾ ਦੀ ਅੱਗ ਹੈ, ਇਹ ਬੁਝ ਨਹੀਂ ਸਕੀ, ਇਹ ਖਤਮ ਹੀ ਨਹੀਂ ਹੋਈ, ਕਿਉਂਕਿ ਮੈਂ ਮਾਲਕ ਨਾਲ ਪ੍ਰੇਮ ਹੀ ਨਹੀਂ ਕੀਤਾ, ਪਾਇਆ ਹੀ ਨਹੀਂ ਮਾਲਕ ਨਾਲ ਪ੍ਰੇਮ। ਗਿਆ ਸੋ ਜੋਬਨ ਧਨ ਪੁਸ਼ਤਾਨੀ। ਮੇਰੀ ਹੁਣ ਜੋਬਨ ਮੇਰਾ ਚਲਾ ਗਿਆ, ਮੇਰੀ ਜਵਾਨੀ ਲੰਘ ਗਈ ਹੈ ਤੇ ਹੁਣ ਮੇਰੀ ਜਿੰਦ ਪਛਤਾਵਾ ਕਰ ਰਹੀ ਹੈ। ਅਜੈ ਸੋ ਜਾਗੋਂ ਆਸ ਪਿਆਸੀ। ਮੇਰੀ ਮਾਂ, ਹੇ ਮਾਂ, ਜਵਾਨੀ ਲੰਘ ਗਈ ਹੈ, ਪਰ ਅਰਦਾਸ ਕਰ, ਅਜੇ ਵੀ ਮੈਂ ਮਾਇਆ ਦੀਆਂ ਆਸ ਪਿਆਸਾਂ ਦੇ ਵੱਲੋਂ ਕੀ ਹੈ, ਭਈ ਲੈ ਉਦਾਸੀ ਰਹੋ ਨਿਰਾਸੀ। ਕਿ ਮਾਇਆ ਦੀ ਪਿਆਸ ਦੇ ਵੱਲੋਂ, ਮਾਇਆ ਦੀਆਂ ਆਸਾਂ ਦੇ ਵੱਲੋਂ ਮੈਂ ਉਦਾਸ ਹੋ ਕੇ, ਉਪਰਾਮ ਹੋ ਕੇ, ਇਹਨਾਂ ਨੂੰ ਤਿਆਗ ਕੇ, ਮਾਇਆ ਦੀਆਂ ਆਸਾਂ ਲਾ ਕੇ ਜੀਵਨ ਗੁਜ਼ਾਰਾਂ। ਸ਼ਾਇਦ ਮਾਲਕ ਮੇਰੇ ਤੇ ਬਖਸ਼ਿਸ਼ ਕਰ ਦੇਵੇ। ਰਹਾਉ। ਹਉਮੈ ਖੋਏ ਕਰੇ ਸ਼ਿੰਗਾਰ, ਤਉ ਕਾਮਨ ਸੀਜੈ ਰਵੈ ਪਤਾਰਾ। ਤਉ ਨਾਨਕ ਕੰਤੈ ਮਨ ਪਾਵੈ, ਛੋੜ ਵਡਾਈ ਆਪਣੇ ਖਸਮ ਸਮਾਵੈ। ਰਹਾਉ। ਹੁਣ ਇੱਥੇ ਰਜ਼ਾ ਵਿੱਚ ਰਹਿਣ ਦੀ ਗੱਲ ਹੈ। ਚਾਰ ਬੰਦ, ਚਾਰ ਹੀ ਰਹਾਉ ਦੇ ਪਦੇ ਆਏ। ਚਾਰਾਂ ਦੇ ਵਿੱਚ ਵੱਖਰੀ ਵੱਖਰੀ ਜਿਹੜੀ ਹੈ ਮਨੁੱਖ ਦੀ ਦਸ਼ਾ ਬਿਆਨ ਕੀਤੀ ਹੈ, ਕਿਉਂਕਿ ਸਵਾਲ ਸੈਂਟਰ ਆਈਡੀਆ ਜਿਹੜਾ ਉਹ ਰਹਾਉ ਦਾ ਬੰਦ ਹੁੰਦਾ ਹੈ। ਰਹਾਉ ਦੇ ਬੰਦ ਦੇ ਨਾਲ ਹੀ ਬਾਕੀ ਸ਼ਬਦ ਦੀ ਵਿਆਖਿਆ ਹੁੰਦੀ ਹੈ। ਇਸ ਕਰਕੇ ਇੱਕ ਰਹਾਉ ਦੇ ਬੰਦ ਦੇ ਨਾਲ ਦਿੱਤੇ ਹੋਏ ਬੰਦ ਦਾ ਉਹ ਵਿਆਖਿਆ ਹੈ, ਵਿਆਖਿਆਕਾਰ ਹੈ। ਹਉਮੈ ਖੋਏ ਕਰੇ ਸ਼ਿੰਗਾਰ। ਜਦੋਂ ਜੀਵ ਇਸਤਰੀ ਹਉਮੈ ਨੂੰ ਖਤਮ ਕਰ ਦਿੰਦੀ ਹੈ, ਤਿਆਗ ਦਿੰਦੀ ਹੈ, ਜਦੋਂ ਜਿੰਦ ਨੂੰ ਸੁੰਦਰ ਬਣਾਉਣ ਦਾ ਫਿਰ ਇਹ ਉਦਮ ਕਰਦੀ ਹੈ,
ਤੋ ਕਾਮਨ ਸੇਜੈ ਰਵੈ ਪਤਾਰ। ਉਦੋਂ ਇਹ ਜੀਵ ਇਸਤਰੀ ਉਸ ਖਸਮ ਪ੍ਰਭੂ ਦੀ ਉਸ ਦੀ ਹਿਰਦਾ ਸੇਜ ਤੇ ਆ ਕੇ ਮਿਲਦਾ ਹੈ। ਭਾਵ ਉਦੋਂ ਮਾਲਕ ਤਰੁੱਠ ਪੈਂਦਾ ਹੈ, ਬਖਸ਼ਿਸ਼ ਕਰਦਾ ਹੈ। ਤੋ ਨਾਨਕ ਕੰਤੈ ਮਨ ਭਾਵੈ। ਹੈ ਨਾਨਕ, ਉਦੋਂ ਹੀ ਜੀਵ ਇਸਤਰੀ ਖਸਮ ਪ੍ਰਭੂ ਦੇ ਮਨ ਵਿੱਚ ਚੰਗੀ ਲੱਗਦੀ ਹੈ, ਭਾਉਂਦੀ ਹੈ। ਛੋੜ ਵਡਾਈ ਆਪਣੇ ਖਸਮ ਸਮਾਵੈ। ਜਦੋਂ ਮਾਨ ਵਡਿਆਈ ਛੱਡ ਕੇ, ਆਪਣੀਆਂ ਦੁਨਿਆਵੀ ਵਡਿਆਈਆਂ ਛੱਡ ਕੇ, ਕਿ ਮੈਨੂੰ ਕੋਈ ਮਾੜਾ ਕਹਿ ਦੇਵੇ ਜਾਂ ਚੰਗਾ ਕਹਿ ਦੇਵੇ, ਜਦੋਂ ਇਹ ਛੱਡ ਹੀ ਦਿੱਤਾ, ਇਹ ਤਿਆਗ ਹੀ ਦਿੱਤਾ ਕਿ ਮੇਰੇ ਬਾਰੇ ਲੋਕ ਕੀ ਕਹਿਣਗੇ ਜਾਂ ਮੈਨੂੰ ਕਿਸੇ ਨੇ ਕੀ ਕਹਿ ਦਿੱਤਾ, ਜਦੋਂ ਇਹ ਚੀਜ਼ ਸਾਰੀ ਛੱਡ ਕੇ ਆਪਣੇ ਖਸਮ ਦੀ ਰਜ਼ਾ ਵਿੱਚ ਲੀਨ ਹੁੰਦੀ ਹੈ, ਤੇ ਫਿਰ ਤੋ ਕੰਤੈ ਮਨ, ਨਾਨਕ ਕੰਤੈ ਮਨ ਭਾਵੈ। ਉਦੋਂ ਮਾਲਕ ਨੂੰ ਇਹ ਚੰਗੀ ਲੱਗਦੀ ਹੈ, ਜਦੋਂ ਆਪਣਾ ਆਪਾ ਸਭ ਕੁਝ ਤਿਆਗ ਦਿੰਦੀ ਹੈ। ਰਹਿਮਤ ਕਰਨ ਸਤਿਗੁਰੂ ਪਾਤਸ਼ਾਹ ਜੀ। 26 ਸ਼ਬਦਾਂ ਦੀ ਇੱਥੋਂ ਤੱਕ ਵਿਚਾਰਨ ਸੰਪੂਰਨ ਹੋਈ ਹੈ। ਅਗਲੀਆਂ ਵਿਚਾਰਾਂ ਅਗਲੇ ਦੀਵਾਨਾਂ ਵਿੱਚ ਸਾਂਝੀਆਂ ਕਰਾਂਗੇ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।